सतनाम श्री वाहिगुरु साहिब जीओ। ज्ञान त्यान किछ कर्म न जाना, नाहिन निर्मल करनी। साध संगत कै अंचल लाभो, बेखमा नदी जाए तरनी। जेता समुंद सागर नीर भरिया, तेते अवगुण हमारे। दया करो किछ मेरो पावो, डुबदे पत्थर तारे। दया करो किछ मेरो पावो, डुबदे पत्थर तारे। जुगो जुग अटल चवर छत्र तखत दे मालक, दसां पातशाहियां दी जोत हाजर नाजर। श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज के निवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और स्वासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, वो विचार इत्थों तक सी कि जिस वेले सतगुरु गुरु गोबिंद सिंह महाराज कलगीधर गुरु साहिब जी इधर आगरे दी धरती तो चल के सतगुरु जी इधर चितौड़गढ़ विखे पहुंचे ने, जिथे छोटे जे कारज दे संबंध अंदर जिहड़ा कि उथे घोड़ियां वास्ते घाह पट्ठा आदि दाना चाहिदा सी, जिस दी प्राप्ति करन वास्ते सतगुरु दे सिख गए। तगो उथों दे लोगां ने गुरु गोबिंद सिंह महाराज दे सिखां दे नाल घाह पट्ठे प्राप्त करना देन। इस संबंध विच उन्हां ने तकरार करनी शुरू कर दित्ती सतगुरु दे सिखां नाल। उन्हां नूं घाह पट्ठा आदि देण तो इनकार कर दित्ता ते हुण घोड़ियां नूं जरूरी चाहीदा सी इह रस्त वस्त के घाह पट्ठा आदि घोड़ियां नूं दिता जावे। उस वक्त सतगुरु दे सिखां ने जबरन अपने जोर दे नाल वो जिहड़े घाह सी पट्ठे सी प्राप्त करन दी विचार कीती ते इस आधार ते उत्थे छोटी जी जंग छिड़ पई। दोने पासियां तो गोलियां चलियां, तीर चले ने, दोने पासियां तो शस्त्रां दी प्राप्ति कीती जा रही है। हुण इदां सतगुरु गुरु गोबिंद सिंह महाराज नूं पता लग्या भी सतगुरु जी भी इधर आए। सुन के बड़ा रौला हल्ला मचिया। बहुत खालसा उस पासे भेजिया, दोवीं पासी बहुत युद्ध मचिया। जोधे आके मिले, युद्ध वेख के क्रोध प्रगट होया। बंदूकां दी
ਤੜ ਮੱਚ ਗਈ ਤੇ ਗੋਲੀਆਂ ਸਰੀਰਾਂ ਨੂੰ ਲੱਗਦੀਆਂ ਸਨ। ਖੂਨ ਵਗ ਕੇ ਧੂੜ ਵਿੱਚ ਰਾਚ ਵਿੱਚ ਜਾਂਦਾ ਸੀ। ਜਿਨ੍ਹਾਂ ਦੇ ਸਿਰ ਅਤੇ ਹਿਰਦੇ ਪਾਟ ਗਏ ਉਹ ਧਰਤੀ ਤੇ ਡਿੱਗ ਪਏ ਤੇ ਮਰ ਕੇ ਸਵਰਗਾਂ ਵਿੱਚ ਚਲੇ ਗਏ। ਉਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਦੇ ਨਾਲ ਏਦਾਂ ਦੀ ਵਿਚਾਰ ਹੋਈ ਹੈ ਕਿ ਇਹ ਜਿਹੜਾ ਸਮਾਂ ਸੀ, ਮਾਹੌਲ ਸੀ, ਉੱਥੇ ਏਦਾਂ ਦਾ ਬਣਨਾ ਕੀਤਾ ਕਿ ਸਤਿਗੁਰੂ ਜੀ ਕਹਿੰਦੇ ਲੱਥਪੱਥ ਸਰੀਰ ਹੋਏ ਪਏ ਨੇ ਖੂਨਾਂ ਨਾਲ। ਬੰਦੂਕਾਂ ਦੀ ਤਾੜ ਮੱਚ ਗਈ, ਗੋਲੀਆਂ ਸਰੀਰਾਂ ਨੂੰ ਲੱਗਦੀਆਂ ਸਨ। ਖੂਨ ਵਗ ਕੇ ਧੂੜ ਵਿੱਚ ਰਚ ਵਿੱਚ ਜਾਂਦਾ ਸੀ। ਜਿਨ੍ਹਾਂ ਦੇ ਸਿਰ ਅਤੇ ਹਿਰਦੇ ਪਾਟ ਕੇ ਧਰਤੀ ਤੇ ਡਿੱਗ ਪੈਂਦੇ ਸਨ, ਤੁਰੰਤ ਸਰੀਰ ਛੱਡ ਕੇ ਉਹ ਕਹਿੰਦੇ ਆਪਣੇ ਕਰਮਾਂ ਅਨੁਸਾਰ ਕੋਈ ਨਰਕਾਂ ਵਿੱਚ, ਕੋਈ ਸਵਰਗਾਂ ਵਿੱਚ ਚਲਾ ਜਾਂਦਾ। ਸਿੰਘ ਘਾਹ ਲੈਣ ਵਾਸਤੇ ਹਮਲਾ ਕਰਦੇ ਸਨ, ਉਹ ਲੈਣ ਨਹੀਂ ਸੀ ਦਿੰਦੇ। ਬੜੀ ਦ੍ਰਿੜਤਾ ਨਾਲ ਪਾਸ ਖੜੇ ਸਨ। ਇੱਕ ਪੈਰ ਤੱਕ ਜੰਗ ਮਚਾਇਆ, ਬਹੁਤ ਬੰਦੂਕਾਂ ਚੱਲਣ ਦੀ ਆਵਾਜ਼ ਪੈਦਾ ਹੋ ਰਹੀ ਸੀ। ਫਿਰ ਸਿੰਘਾਂ ਨੇ ਕ੍ਰੋਧ ਵਿੱਚ ਪੈਰ ਅੱਗੇ ਰੱਖੇ ਨੇ, ਬਹੁਤ ਪਲੀਤੇ ਇਕੱਠੇ ਹੀ ਦਾਗ ਦਿੱਤੇ। ਕਈ ਬੈਰੀਆਂ ਨੂੰ ਗੋਲੀਆਂ ਲੱਗੀਆਂ, ਉਹ ਦੜ ਕਰਕੇ ਧਰਤੀ ਦੇ ਡਿੱਗ ਪੈਂਦੇ ਸਨ। ਕਈਆਂ ਦੇ ਸਰੀਰ ਫਟ ਗਏ। ਫਿਰ ਉਹ ਕਹਿੰਦੇ ਵੇਖ ਕੇ ਡਰ ਕੇ ਭੱਜ ਗਏ। ਸਿੰਘ ਬਹੁਤ ਘਾਹ ਚੁੱਕ ਕੇ ਲਿਆਏ। ਸਤਿਗੁਰੂ ਜੀ ਨੇ ਵੇਖ ਕੇ ਉਹਨਾਂ ਨੂੰ ਸਮਝਾਇਆ। ਕਹਿਣ ਲੱਗੇ, ਕਹਿਣ ਤੋਂ ਬਗੈਰ ਤੁਸੀਂ ਕਿਵੇਂ ਜੰਗ ਮਚਾਇਆ? ਤੁਸੀਂ ਚਤੌੜ ਦਾ ਸਥਾਨ ਵੇਖਣ ਗਏ ਸੀ, ਸਾਡੀ ਮਰਜ਼ੀ ਬਗੈਰ ਕਿਵੇਂ ਰੌਲਾ ਮਚਾਇਆ? ਅੱਗੇ ਤੋਂ ਕਹਿੰਦੇ ਐਸਾ ਕਦਾਚਿਤ ਕਿਸੇ ਪ੍ਰਕਾਰ ਨਹੀਂ ਕਰਨਾ। ਜਿਵੇਂ ਕਹਿੰਦੇ ਵਿਦੇਸ਼ ਵਿੱਚ ਜਾ ਕੇ ਯੁੱਧ ਕਰਦੇ ਹੋ, ਹਜ਼ਾਰਾਂ ਸੂਰਵੀਰਾਂ ਨੂੰ ਇਕੱਠਿਆਂ ਕਰਕੇ ਉਹ ਹਮਲਾ ਕਰਕੇ ਤੁਹਾਨੂੰ ਘੇਰ ਲੈਂਦੇ, ਫਿਰ ਕੌਣ ਤੁਹਾਡੀ ਸਹਾਇਤਾ ਕਰਕੇ ਬਚਾਉਂਦਾ? ਪਹਿਲਾਂ ਹੀ ਸੰਘਰਸ਼ ਕਰਕੇ ਮਾਰ ਦਿੰਦੇ, ਫਿਰ ਤੁਹਾਡੀ ਮਦਦ ਕੌਣ ਕਰਾਉਂਦਾ? ਇਸ ਪ੍ਰਕਾਰ ਸਮਝਾ ਕੇ ਟਿਕਾ ਦਿੱਤੇ ਗਏ ਨੇ। ਕਿਸੇ ਮਨੁੱਖ ਪਾਸੋਂ ਗੁਰੂ ਜੀ ਨੇ ਸੁਣਿਆ, ਕਹਿੰਦੇ ਅੱਗੇ ਬੜਾ ਦੁਖਦਾਇਕ ਮੁਸ਼ਕਲ ਸਥਾਨ ਹੈ, ਉਹ ਰਸਤੇ ਤੋਂ ਬਗੈਰ ਤੇ ਉਥੇ ਚੱਲਿਆ ਨਹੀਂ ਜਾ ਸਕਦਾ। ਪਹਾੜ ਜੰਗਲ ਬੜੇ ਦੁਖਦਾਇਕ ਨੇ, ਉਥੇ ਚੱਲਣਾ ਕਿਸੇ ਤਰ੍ਹਾਂ ਵੀ ਕਹਿੰਦੇ ਬਣਦਾ ਨਹੀਂ। ਫਿਰ ਸਤਿਗੁਰੂ ਜੀ ਉਧਰੋਂ ਵਾਪਸ ਆ ਗਏ। ਜਿਸ ਪਾਸੇ ਸੁਣਿਆ ਕਿ ਸੌਖਾ ਰਾਹ ਉਸ ਪਾਸੇ ਵੱਲ ਸਤਿਗੁਰੂ ਜੀ ਚੱਲ ਪਏ ਨੇ। ਹੌਲੀ ਹੌਲੀ ਉੱਥੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਸਥਾਨ ਤੋਂ ਕੂਚ ਕਰਕੇ ਚੱਲਦੇ ਗਏ। ਉਸ ਸਥਾਨ ਪਹੁੰਚ ਗਏ। ਨਰਮਦਾ ਨਦੀ ਦਾ ਵੱਡਾ ਕਹਿੰਦੇ ਕਿਨਾਰਾ ਪ੍ਰਾਪਤ ਕੀਤਾ। ਉੱਥੇ ਪਹੁੰਚ ਗਏ। ਉੱਥੇ ਬਹਾਦਰ ਸ਼ਾਹ ਨੂੰ ਵੀ ਉਤਾਰਿਆ ਵੇਖਿਆ, ਉਹਨੇ ਵੀ ਆਪਣਾ ਡੇਰਾ ਪ੍ਰਾਪਤ ਕੀਤਾ। ਉੱਥੇ ਵੇਖਿਆ ਹੁਣ ਸਤਿਗੁਰੂ ਜੀ ਨਦੀ ਦੇ ਕਿਨਾਰੇ ਪਹੁੰਚ ਗਏ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਪਹੁੰਚ ਕੇ ਸਭ ਸਥਾਨ ਸ਼ੁਭ ਸਥਾਨ ਵੇਖਿਆ। ਸਾਰਿਆਂ ਨੂੰ ਹੁਕਮ ਕੀਤਾ, ਉਹ ਸਿੱਖੋ ਬਈ ਆਪੋ ਆਪਣੀ ਵਿਚਾਰ ਪ੍ਰਾਪਤ ਕਰੋ। ਸਿੰਘ ਪਿੱਛੇ ਰਹਿ ਗਏ। ਕਈਆਂ ਨੇ ਬੰਦੂਕਾਂ ਤੇ ਧਨੁੱਖ ਬਾਣ ਧਾਰਨ ਕੀਤੇ ਸਨ। ਸਿੰਘ ਘਾਹ ਲੈਣ ਵਾਸਤੇ ਭਰਮ ਗਏ। ਉਧਰ ਜਾ ਕੇ ਇੱਕ ਘਾਹ ਦੀ ਪੰਡ ਵਾਲੇ ਨੂੰ ਰੋਕਿਆ। ਉਧਰ ਸ਼ਾਹੀ ਸੈਨਾ ਦੀ ਬਹੁਤ ਸੂਰਵੀਰ ਇਕੱਤਰ ਹੋ ਕੇ ਫੌਜ ਇੱਥੇ ਬੈਠੀ ਸੀ। ਉਹਨਾਂ ਨੇ ਆਪਣੇ ਆਪ ਨੂੰ ਬਾਦਸ਼ਾਹ ਦੇ ਸੈਨਿਕ ਜਾਣ ਕੇ ਵੱਡੇ ਜਾਣਨਾ ਕੀਤਾ। ਆਪਣੇ ਆਪ ਦੇ ਵਿੱਚ ਵੱਡੇ ਹੋਣ ਦਾ ਮਾਣ ਪ੍ਰਾਪਤ ਕੀਤਾ। ਉਹ ਕਹਿਣ ਲੱਗੇ ਨੇ, ਅਸੀਂ ਬਹੁਤ ਘਾਹ ਲੈਣਾ ਏ, ਤੁਸੀਂ ਕਿਵੇਂ ਇਸ ਦੇ
ਆ ਮਾਲਕ ਬਣੇ। ਉਹ ਕਹਿੰਦੇ ਉਸ ਵਿੱਚ ਕਈ ਐਸੇ ਤੁਰਕ ਸਨ ਜਿਨ੍ਹਾਂ ਨੇ ਸੰਬੰਧੀਆਂ ਨੂੰ ਸਿੰਘਾਂ ਨੇ ਮਾਰਿਆ ਸੀ। ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਵੱਡੇ ਜੰਗ ਵਿੱਚ ਮਾਰੇ ਸਨ ਇਦਾਂ ਦੇ ਵੀ ਸੀ, ਜਿਸ ਨੂੰ ਸੁਣ ਕੇ ਉਹ ਵੱਡਾ ਦੁੱਖ ਧਾਰਨ ਕੀਤਾ ਉਹਨਾਂ ਨੇ, ਤੁਰਕਾਂ ਨੇ। ਉਹਨਾਂ ਨੇ ਕਹਿੰਦੇ ਆਪਣਾ ਪੁਰਾਣਾ ਵੈਰ ਯਾਦ ਕੀਤਾ। ਉਹ ਹਥਿਆਰ ਚਲਾ ਕੇ ਮਾਰਨ ਲਈ ਤਿਆਰ ਹੋ ਗਏ। ਮਨ ਵਿੱਚ ਬਦਲੇ ਦੀ ਭਾਵਨਾ ਲੈ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਦੇ ਨਾਲ ਉਹਨਾਂ ਨੇ ਟਾਕਰਾ ਕਰਨ ਦੀ ਵਿਚਾਰ ਕੀਤੀ। ਹੁਣ ਕਈਆਂ ਦੇ ਉਦੋਂ ਰਿਸ਼ਤੇਦਾਰੀ ਵਿੱਚ ਕੋਈ ਕਿਸੇ ਦਾ ਭਰਾ ਮਾਰਿਆ ਗਿਆ ਸੀ, ਕੋਈ ਕਿਸੇ ਦਾ ਚਾਚਾ, ਕੋਈ ਤਾਇਆ, ਕੋਈ ਮਾਮਾ, ਕੋਈ ਕਿਸੇ ਦਾ ਪਿਓ ਮਾਰਿਆ ਗਿਆ। ਹੁਣ ਜਿੱਦਾਂ ਜਿਵੇਂ ਰਿਸ਼ਤੇਦਾਰ ਕੋਈ ਮਾਰਿਆ ਗਿਆ, ਉਸ ਮੁਤਾਬਕ ਉਹਨਾਂ ਨੇ ਮਨ ਦੇ ਵਿੱਚ ਬਦਲੇ ਦੀ ਭਾਵਨਾ ਲੈ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਦੇ ਨਾਲ ਇਦਾਂ ਦਾ ਵੈਰ ਉਤਪੰਨ ਕਰਨ ਵਾਸਤੇ ਮਨ ਦੇ ਵਿੱਚ ਧਾਰਨ ਕਰ ਲਈ ਹੈ। ਉਹਨਾਂ ਨੇ ਆਪਣਾ ਪੁਰਾਣਾ ਵੈਰ ਯਾਦ ਕੀਤਾ। ਉਹ ਹਥਿਆਰ ਚਲਾ ਕੇ ਮਾਰਨ ਲਈ ਤਿਆਰ ਹੋ ਗਏ। ਹੁਣ ਇੱਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਨੇ ਵੀ ਬੰਦੂਕ ਚਲਾਈ। ਫਜ਼ੂਲ ਵਿੱਚ ਹੀ ਲੜਾਈ ਖੜੀ ਹੋ ਗਈ। ਜੰਗ ਜੁੱਧ ਮਚ ਜਾਣਾ ਕੀਤਾ। ਲੜਾਈ ਖੜਕ ਹੀ ਪਈ। ਕਹਿੰਦੇ ਸਤਿਗੁਰੂ ਜੀ ਨੇ ਸ਼ੁਭ ਸਥਾਨ ਤੇ ਡੇਰਾ ਕੀਤਾ ਸੀ। ਸੁਚੇਤੇ ਹੋਣ ਵਾਸਤੇ ਉਹ ਇੱਧਰ ਉੱਧਰ ਵੇਖ ਰਹੇ ਸਨ। ਸਤਿਗੁਰੂ ਜੀ ਧਿਆਨ ਰੱਖ ਰਹੇ ਸਨ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਤਦ ਸਤਿਗੁਰੂ ਜੀ ਨੇ ਫੇਰ ਆਪਣੇ ਕੰਨਾਂ ਨਾਲ ਸੁਣਿਆ ਤਾਂ ਮਾਨ ਸਿੰਘ ਨੂੰ ਸਥਾਨ ਵੇਖ ਕੇ ਉਸ ਵਕਤ ਉਸ ਸਥਾਨ ਤੇ ਉਧਰ ਵੱਲ ਵੇਖ ਕੇ ਭੇਜਿਆ। ਉਸ ਨੂੰ ਕਿਹਾ, ਕਹਿੰਦੇ ਦੋਵੇਂ ਪਾਸੇ ਸਮਝਾ ਕੇ ਵਿਚਾਰ ਕਰਕੇ ਉਹਨਾਂ ਨੂੰ ਹਟਾਵੋ, ਵਰਜੋ। ਕਿਉਂ ਫਜ਼ੂਲ ਦੇ ਵਿੱਚ ਲੜ ਰਹੇ ਹੋ? ਆਪਣੇ ਪ੍ਰਾਣ ਕਿਉਂ ਗਵਾ ਰਹੇ ਹੋ? ਛੋਟੀ ਜੀ ਗੱਲ ਪਿੱਛੇ ਏਡਾ ਵੱਡਾ ਝਗੜਾ ਨਾ ਕਰੋ। ਬਹੁਤ ਸੂਰਵੀਰਾਂ ਦਾ ਭੇੜ ਮਚ ਜਾਣਾ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਇਦਾਂ ਕਰਕੇ ਹੁਕਮ ਕੀਤਾ, ਜਾਓ ਭਾਈ ਸਿੰਘੋ, ਜਾ ਕੇ ਉਹਨਾਂ ਨੂੰ ਸਮਝਾ ਕੇ ਆਓ। ਕਹਿੰਦੇ ਛੋਟੀ ਜੀ ਗੱਲ ਪਿੱਛੇ ਇਦਾਂ ਦੀ ਵਿਚਾਰ ਪ੍ਰਾਪਤ ਨਾ ਕਰੋ। ਹੁਣ ਭਾਈ ਮਾਨ ਸਿੰਘ ਘੋੜੇ ਨੂੰ ਭਜਾ ਕੇ ਉਧਰ ਵੱਲ ਗਿਆ। ਉਹਨਾਂ ਨੇ ਦੋਵਾਂ ਪਾਸਿਆਂ ਨੂੰ ਕਹਿ ਕੇ ਹਟਾ ਦਿੱਤਾ ਤੇ ਬਹਾਦਰ ਸ਼ਾਹ ਦੇ ਗੁਰੂ ਜੀ ਦਾ ਵੱਡਾ ਮੇਲ ਹੋਇਆ। ਕਿਸੇ ਦੇ ਆਸਰੇ ਤੁਸੀਂ ਇਦਾਂ ਦੀ ਵਿਚਾਰ ਪ੍ਰਾਪਤ ਨਾ ਕਰੋ, ਲੜਾਈ ਨਾ ਕਰੋ, ਇਦਾਂ ਦੀ ਜੰਗ ਜੁੱਧ ਦੀ ਵਿਚਾਰ ਨਾ ਕਰੋ। ਪਹਿਲੇ ਕਾਫੀ ਜੰਗਾਂ ਜੁੱਧਾਂ ਲੜ ਚੁੱਕੇ ਆ। ਦੋਵਾਂ ਪਾਸਿਆਂ ਦੇ ਜੋਧੇ ਮਰੇ ਪਏ ਨੇ। ਘਾਹ ਵਾਸਤੇ ਕਿਉਂ ਏਡਾ ਵੱਡਾ ਕ੍ਰੋਧ ਧਾਰਨ ਕੀਤਾ? ਇਸ ਪ੍ਰਕਾਰ ਸਮਝਾ ਕੇ ਸ਼ਾਂਤੀ ਵਰਤਾਉਣਾ ਕੀਤੀ। ਉਥੇ ਇਦਾਂ ਵਿਚਾਰ ਪ੍ਰਾਪਤ ਕਰਨਾ ਕੀਤੀ। ਫਿਰ ਕਹਿੰਦੇ ਵਿਚੋਲਗੀ ਕਰਦਾ ਰਿਹਾ ਇੱਕ ਤੁਰਕਾਂ ਦੇ ਮਾੜੀ ਮੱਤ ਵਾਲੇ ਸੂਰਵੀਰ ਨੇ ਆਪਣੀ ਬੰਦੂਕ ਤਿਆਰ ਕੀਤੀ ਤੇ ਮਾਨ ਸਿੰਘ ਦਾ ਨਿਸ਼ਾਨਾ ਤੱਕ ਕੇ ਉਸਨੇ ਗੋਲੀ ਚਲਾ ਦਿੱਤੀ। ਅਚਨਚੇਤ ਗੋਲੀ ਮਾਨ ਸਿੰਘ ਨੂੰ ਲੱਗੀ ਤੇ ਉਹ ਧਰਤੀ ਤੇ ਡਿੱਗ ਪਿਆ। ਇਹ ਵੇਖ ਕੇ ਸਿੰਘਾਂ ਨੇ ਫਿਰ ਬਹੁਤ ਕਰੋਧ ਵਧਾਉਣਾ ਕੀਤਾ, ਮਨ ਵਿੱਚ ਵੀਰ ਰਸ ਪ੍ਰਾਪਤ ਕੀਤਾ ਤੇ ਆਪਣੀਆਂ ਬੰਦੂਕਾਂ ਭਰ ਕੇ ਜੰਗ ਮਚਾ ਦਿੱਤਾ। ਹਮਲਾ ਕਰਕੇ ਬਹੁਤ ਵੈਰੀ ਮਾਰ ਦਿੱਤੇ ਗਏ ਨੇ। ਘੋੜਿਆਂ ਉੱਪਰ ਕਹਿੰਦੇ ਇਸ ਪ੍ਰਕਾਰ ਡਿੱਗਦੇ ਸਨ ਮਾਨੋ ਉੱਚੇ ਮੁਨਾਰੇ ਦੇ ਉੱਤੇ ਜਿਵੇਂ ਕੋਈ ਅਚਨਚੇਤ ਵਸਤੂ ਡਿੱਗ ਪਈ ਹੋਵੇ। ਅਚਾਨਕ ਹੀ ਕਹਿੰਦੇ ਮਾਰ ਕੇ ਵੱਡਾ ਚਰਜ ਕੀਤਾ। ਇੱਥੋਂ ਤੱਕ ਕਾਂ ਸਤਿਗੁਰੂ ਜੀ ਕਹਿੰਦੇ ਵੱਡਾ ਯੁੱਧ ਛਿੜ ਗਿਆ। ਕਈ ਤੁਰਕ ਮਰਵਾ ਕੇ ਭੱਜ ਗਏ ਨੇ। ਸਾਰੇ ਸਿੰਘ ਕਹਿੰਦੇ ਫਿਰ ਘਾਹ ਲੈਣ ਆਏ। ਜਦ ਸਤਿਗੁਰੂ ਜੀ ਨੇ ਮਾਨ ਸਿੰਘ ਦੇ ਮਰਨ ਬਾਰੇ ਸੁਣਿਆ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨ ਦੇ ਵਿੱਚ ਬਹੁਤ ਹੀ
ਇਦਾਂ ਦੀ ਵਿਚਾਰ ਪ੍ਰਾਪਤ ਕੀਤੀ ਕਿ ਮਾਨ ਸਿੰਘ ਅਚਾਨਕ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਚਲੇ ਗਏ ਨੇ। ਉਹ ਕਹਿਣ ਲੱਗੇ, ਇਹ ਮਾੜੀ ਮੱਤ ਵਾਲਿਆਂ ਨੇ ਕੀ ਗੱਲ ਕੀਤੀ, ਕਿੱਦਾਂ ਦੀ ਰੀਤ ਬਣਾਈ, ਜਿਹੜਾ ਵਿੱਚ ਫਿਰ ਕੇ ਹਟਾ ਰਿਹਾ ਸੀ ਕਹਿੰਦੇ ਉਸ ਨੂੰ ਹੀ ਮਾਰ ਦਿੱਤਾ। ਮਾਨ ਸਿੰਘ ਮਹਾਨ ਸੂਰਮਾ ਤੇ ਬੁੱਧੀਵਾਨ ਸੀ। ਐਸਾ ਮਨੁੱਖ, ਐਸਾ ਗੁਰੂ ਦਾ ਸਿੱਖ ਫਿਰ ਕਹਿੰਦੇ ਹੱਥ ਵਿੱਚ ਕਿੱਥੋਂ ਪ੍ਰਾਪਤ ਹੋਵੇਗਾ, ਭਾਵ ਨਹੀਂ। ਉਸਨੇ ਕਿਹੜੇ ਕਿਹੜੇ ਗੁਣ ਯਾਦ ਕਰੀਏ, ਸਭ ਕਾਰਜਾਂ ਵਿੱਚ ਕਹਿੰਦੇ ਸ਼ੁਭ ਮਤ ਵਾਲਾ ਸੀ। ਆਨੰਦਪੁਰ ਸਾਹਿਬ ਅਤੇ ਚਮਕੌਰ ਵਿੱਚੋਂ ਵੱਡਾ ਯੁੱਧ ਕਰਕੇ ਜੁਝਾਰੂ ਸਿੰਘ ਨਿਕਲਿਆ। ਐਸਾ ਸੂਰਵੀਰ ਹੁਣ ਕਹਿੰਦੇ ਕਿੱਥੋਂ ਪ੍ਰਾਪਤ ਕੀਤਾ ਜਾਵੇਗਾ। ਐਸੇ ਸੂਰਮੇ ਵਿਚਲੇ ਵਿਰਲੇ ਹੀ ਪ੍ਰਾਪਤ ਹੁੰਦੇ ਨੇ, ਸਭ ਥਾਂ ਨਹੀਂ ਮਿਲਦੇ। ਸਾਰਾ ਪ੍ਰਸੰਗ ਜਦ ਬਹਾਦਰ ਸ਼ਾਹ ਨੇ ਸੁਣਿਆ ਤਾਂ ਕਹਿੰਦੇ ਝੁਰ ਕੇ ਰਹਿ ਗਿਆ। ਉਹ ਪ੍ਰਾਪਤ ਕਰਨ ਲੱਗਿਆ, ਆਪਣਾ ਮੱਥਾ ਧੁਣਿਆ ਤੇ ਬਹਾਦਰ ਸ਼ਾਹ ਨੇ ਹੁਕਮ ਕੀਤਾ ਕਹਿੰਦੇ ਸਾਰਿਆਂ ਨੂੰ ਫੜ ਲਵੋ, ਦੋਸ਼ੀਆਂ ਨੂੰ ਹੁਣ ਕਹਿੰਦੇ ਗੁਰੂ ਜੀ ਦੇ ਹਵਾਲੇ ਕਰ ਦੋ। ਜਿਵੇਂ ਕਹਿੰਦੇ ਚਾਹਣ ਉਹ ਬਦਲਾ ਲੈ ਲੈਣ। ਪਹਿਲੇ ਵੈਰ ਮੂਰਖ ਯਾਦ ਕਰਦੇ ਨੇ। ਸੈਨਾ ਚੜ ਕੇ ਸਾਰਿਆਂ ਨੂੰ ਫੜ ਲਿਆ। ਫੜ ਕੇ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਉਹਨਾਂ ਦੇ ਅਰਪਣ ਕਰ ਦਿਓ। ਫੜ ਲਿਆਈ ਤੇ ਕਹਿੰਦੇ ਬਾਦਸ਼ਾਹ ਜਿਹੜੀ ਸਾਰੀ ਸੈਨਾ ਸੀ ਉਹ ਫੜ ਕੇ ਲਿਆਈ। ਉਹਨਾਂ ਨੂੰ ਬਹਾਦਰ ਸ਼ਾਹ ਦੇ ਸਾਹਮਣੇ ਖੜੇ ਕਰ ਦਿੱਤੇ ਗਏ। ਬਹਾਦਰ ਸ਼ਾਹ ਉਹਨਾਂ ਸਾਰਿਆਂ ਨੂੰ ਕਹਿੰਦੇ ਆਪਣੇ ਨਾਲ ਲੈ ਕੇ ਉੱਥੇ ਆਇਆ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਸਨ। ਬੰਦਨਾ ਕਰਕੇ ਬਹਾਦਰ ਸ਼ਾਹ ਪਾਸ ਬੈਠ ਗਿਆ ਤੇ ਸਾਰੀ ਵਾਰਤਾ ਕਹਿ ਕੇ ਸੁਣਾਈ। ਇਹ ਸਾਰੇ ਤੁਹਾਡੇ ਗੁਨਾਹਗਾਰ ਹੈ ਸਤਿਗੁਰੂ ਜੀ। ਇਹਨਾਂ ਨੇ ਨਿਹੱਥੇ ਐਵੇਂ ਆਪ ਜੀ ਦੇ ਸਿੱਖਾਂ ਦੇ ਉੱਤੇ ਵਾਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਵੇਂ ਆਪ ਜੀ ਹੁਕਮ ਕਰੋ ਉਸੇ ਤਰ੍ਹਾਂ ਇਹਨਾਂ ਨੂੰ ਸਜ਼ਾ ਦੇਵੋ। ਇਹਨਾਂ ਨੂੰ ਭਾਵੇਂ ਮਾਰੋ ਭਾਵੇਂ ਛੱਡੋ, ਤੁਹਾਡੀ ਮਰਜ਼ੀ ਹੈ। ਤੁਹਾਡਾ ਜਿਵੇਂ ਹੁਕਮ ਹੈ ਕਹਿੰਦੇ ਉਸੇ ਮੁਤਾਬਕ ਵਿਚਰੋ। ਜਾਂ ਇਸ ਨਦੀ ਵਿੱਚ ਸਭ ਨੂੰ ਕਹਿੰਦੇ ਡੋਬ ਦੇਵੋ, ਜਾਂ ਤੋਪਾਂ ਦੇ ਅੱਗੇ ਖਿਲਾਰ ਕੇ ਸਾਰਿਆਂ ਨੂੰ ਤੋਪਾਂ ਦੇ ਨਾਲ ਉਡਾ ਦੇਵੋ। ਇਹਨਾਂ ਮੂਰਖਾਂ ਨੇ ਆਪ ਜੀ ਦਾ ਪ੍ਰਤਾਪ ਨਹੀਂ ਜਾਣਿਆ। ਤੁਸੀਂ ਸਾਨੂੰ ਵੱਡੀ ਸਲਤਨਤ ਬਖਸ਼ੀ ਹੈ, ਪ੍ਰਦਾਨ ਕੀਤੀ ਹੈ। ਆ ਬਹੁਤ ਹਾਥੀ ਘੋੜੇ ਅਤੇ ਸਮਾਜ ਐ ਸਤਿਗੁਰੂ ਜੀ, ਗਰੀਬ ਨਵਾਜ ਜੀ ਤੁਸੀਂ ਮੈਨੂੰ ਬਖਸ਼ਣਾ ਕੀਤਾ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਵਚਨ ਉਚਾਰਨ ਕੀਤਾ। ਸਤਿਗੁਰੂ ਜੀ ਕਹਿੰਦੇ ਇਹਨਾਂ ਨੇ ਕਹਿਰ ਧਾਰਨ ਕੀਤਾ ਸੀ ਹਟਾਉਣ ਵਾਸਤੇ ਅਸੀਂ ਆਪਣੇ ਅਨੰਦ ਪਿਆਰੇ ਸਿੱਖ ਸੇਵਕ ਭਾਈ ਮਾਨ ਸਿੰਘ ਨੂੰ ਭੇਜਿਆ ਸੀ। ਉਸਨੇ ਦੋਵਾਂ ਪਾਸਿਆਂ ਦੇ ਸੂਰਮਿਆਂ ਨੂੰ ਸਮਝਾ ਕੇ ਹਟਾ ਵੀ ਦਿੱਤਾ। ਕਿਸੇ ਸ਼ੰਕਾ ਤੋਂ ਬਗੈਰ ਹੋ ਕੇ ਇਧਰ ਉਧਰ ਚਲੇ ਗਏ। ਕਿਸੇ ਪ੍ਰਕਾਰ ਦੀ ਖਬਰ ਬਗੈਰ ਇੱਕ ਮੂਰਖ ਨੇ ਨੇੜੇ ਹੋ ਕੇ ਭਾਈ ਮਾਨ ਸਿੰਘ ਦੇ ਉੱਤੇ ਗੋਲੀ ਚਲਾ ਦਿੱਤੀ। ਮਾਰ ਕੇ ਉਸ ਦੀ ਛਾਤੀ ਪਾੜ ਦਿੱਤੀ ਤੇ ਤੁਰੰਤ ਮੌਤ ਦੇ ਘਾਟ ਉਤਾਰ ਦਿੱਤਾ। ਐਸਾ ਕਰਮ ਭੈੜੀ ਮੱਤ ਵਾਲੇ ਨੇ ਧਾਰਨ ਕੀਤਾ। ਅਮੂਲਕ ਸੂਰਵੀਰ ਦੇ ਪ੍ਰਾਣ ਦੂਰ ਕਰ ਦਿੱਤੇ। ਉਹ ਕਹਿੰਦੇ ਬਹੁਤ ਵੈਰੀਆਂ ਨਾਲ ਇਕੱਲਾ ਲੜਦਾ ਸੀ। ਵੱਡਾ ਬੁੱਧੀਵਾਨ ਤੇ ਧੀਰਜਵਾਨ ਸੀ। ਕਹਿੰਦੇ ਮਾੜੀ ਮੱਤ ਵਾਲਿਆਂ ਨੇ ਪਹਿਲਾ ਵੈਰ ਯਾਦ ਕੀਤਾ। ਇਸ ਨੇ ਜਾਣਿਆ ਨਹੀਂ ਕਿ ਇਸ ਨੇ ਆਪਣਾ ਹੀ ਆਦਮੀ ਨਾਸ਼ ਕਰ ਦਿੱਤਾ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹਨਾਂ ਨੂੰ ਛੱਡ ਦੇਵੋ। ਇਹ ਬਚਨ ਉਚਾਰਨ ਕੀਤਾ। ਇਸ ਪ੍ਰਕਾਰ ਆਗਿਆ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਜੇ ਕਹਿੰਦੇ ਮਾਰ ਦੇਵਾਂਗੇ ਤਾਂ ਫਿਰ ਹੱਥ ਨਹੀਂ ਆਵੇਗਾ।
ਆਪਣਾ ਕੀਤਾ ਹੈ ਆਪ ਹੀ ਪ੍ਰਾਪਤ ਕਰਨਗੇ। ਪ੍ਰਮਾਤਮਾ ਵਾਹਿਗੁਰੂ ਆਪ ਹੀ ਬਖਸ਼ਿਸ਼ ਕਰਨਗੇ, ਆਪ ਨਜਿੱਠਣਗੇ ਇਹਨਾਂ ਦੇ ਨਾਲ। ਕਹਿੰਦੇ ਉਸ ਪ੍ਰਮਾਤਮਾ ਨੇ ਜਿਹੜੀ ਸਜ਼ਾ ਦੇਣੀ ਹੈ ਨਾ, ਆਪਾਂ ਆਮ ਕਿਵੇਂ ਕਿਸੇ ਨੂੰ ਕੋਈ ਸਜ਼ਾ ਦੇ ਸਕਦੇ, ਭਾਵ ਨਹੀਂ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਛੱਡ ਦੇਵੋ। ਇਸ ਪ੍ਰਕਾਰ ਆਗਿਆ ਕੀਤੀ। ਜੇ ਮਾਰ ਦੇਵਾਂਗੇ ਫਿਰ ਕਹਿੰਦੇ ਫਿਰ ਤਾਂ ਹੱਥ ਨਹੀਂ ਆਵੇਗਾ, ਆਪਣਾ ਕੀਤਾ ਇਹ ਆਪ ਹੀ ਪ੍ਰਾਪਤ ਕਰਨਗੇ। ਵੱਡਾ ਡਰ ਪਾ ਕੇ ਫੜੇ ਹੋਏ ਸਨ। ਕਹਿੰਦੇ ਉਹ ਜਾਣਦੇ ਸਨ ਕਿ ਨਿਸ਼ਚਿੰਤ ਰੂਪ ਦੇ ਵਿੱਚ ਹੀ ਮਾਰੇ ਜਾਣਗੇ। ਤੇ ਗੁਰੂ ਜੀ ਦੇ ਅੰਮ੍ਰਿਤ ਵਰਗੇ ਬਚਨ ਸੁਣ ਕੇ ਇਹ ਸਮਝ ਗਏ ਕਿ ਸਤਿਗੁਰੂ ਜੀ ਨੇ ਪ੍ਰਾਣਾਂ ਦਾ ਦਾਨ ਸਾਨੂੰ ਪ੍ਰਦਾਨ ਕੀਤਾ, ਸਤਿਗੁਰੂ ਨੇ ਸਾਨੂੰ ਬਖਸ਼ ਦਿੱਤਾ। ਹੁਣ ਧੰਨ ਗੁਰੂ ਜੀ, ਧੰਨ ਗੁਰੂ ਜੀ ਤੇਰੀ ਵੱਡੀ ਵਡਿਆਈ। ਏਦਾਂ ਉਹਨਾਂ ਨੇ ਅਪਰਾਧੀਆਂ ਨੂੰ ਵੀ ਛੁਡਵਾ ਦਿੱਤਾ। ਏਦਾਂ ਵਚਨ ਉਚਾਰਨ ਕਰਨ ਲੱਗੇ। ਹੁਣ ਬਹਾਦਰ ਸ਼ਾਹ ਨੇ ਬੇਨਤੀਆਂ ਕਰ ਕਰਕੇ ਆਪਣੇ ਆਪ ਦੇ ਵਿੱਚ ਬਹੁਤ ਦੀਨਤਾ ਧਾਰਨ ਕਰੀ ਤੇ ਸਤਿਗੁਰੂ ਜੀ ਨੂੰ ਬਹੁਤ ਪ੍ਰਸੰਨ ਕਰ ਲਿਆ। ਚਰਨ ਕਮਲਾਂ ਉੱਪਰ ਵੰਦਨਾ ਕਰਕੇ ਸਤਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਚਰਨਾਂ ਤੋਂ ਉੱਠਿਆ, ਆਪਣੇ ਡੇਰੇ ਵਿੱਚ ਪਹੁੰਚ ਗਿਆ ਤੇ ਸਤਿਗੁਰੂ ਨੇ ਸੁੱਖ ਦੇ ਨਾਲ ਸੌਂ ਕੇ ਰਾਤ ਬਤੀਤ ਕੀਤੀ ਹੈ। ਸਵੇਰ ਹੋਣ ਤੇ ਡੇਰਾ ਕੂਚ ਕਰ ਦਿੱਤਾ ਤੇ ਬਹਾਦਰ ਸ਼ਾਹ ਅੱਗੇ ਚੱਲ ਪਿਆ। ਸਾਰੇ ਰਾਜੇ ਰਾਣੇ ਇਕੱਠੇ ਹੋ ਕੇ ਬਹਾਦਰ ਸ਼ਾਹ ਨੂੰ ਮਿਲ ਪਏ ਨੇ। ਦਿਨ ਪ੍ਰਤੀ ਦਿਨ ਬਹਾਦਰ ਸ਼ਾਹ ਦਾ ਜਿਹੜਾ ਤੇਜ ਬਹੁਤ ਵੱਧਦਾ ਗਿਆ। ਉਸ ਦੇ ਕਹਿੰਦੇ ਲਸ਼ਕਰ ਨੂੰ ਸ਼ੇਰ ਸਮਾਨ ਵੇਖ ਕੇ, ਮਹਾਨ ਡਰ ਮੰਨ ਕੇ ਕੋਈ ਵੀ ਆਕੀ ਨਹੀਂ ਸੀ ਹੁੰਦਾ। ਕਹਿੰਦੇ ਤਾਪਤੀ ਨਾਮ ਦੀ ਨਦੀ ਜਿਹੜੀ ਸੂਰਜ ਦੀ ਪੁੱਤਰੀ, ਉਸ ਦੀ ਕਹਿੰਦੇ ਇਸਤਰੀ ਛਾਇਆ ਤੋਂ ਜੰਮੀ ਮੰਨੀ ਜਾਂਦੀ। ਕਹਿੰਦੇ ਸਤਪੁੜਾ ਪਹਾੜਾਂ ਵਿੱਚੋਂ ਨਿਕਲ ਕੇ ਅਰਬ ਸਮੁੰਦਰ ਵਿੱਚ ਜਾ ਕੇ ਮਿਲ ਜਾਂਦੀ ਹੈ। ਹੁਣ ਸਾਰਾ ਪਿੰਡਾ ਲੰਘ ਕੇ ਭਾਰੀ ਦਲ ਤਾਪਤੀ ਨਦੀ ਦੇ ਇੱਥੇ ਸਨਮੁਖ ਪਹੁੰਚਿਆ, ਕਿਨਾਰੇ ਪਹੁੰਚ ਗਿਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਨਾਲ ਹੀ ਸਿੱਖਾਂ ਦੇ ਪਹੁੰਚੇ। ਬਹਾਦਰ ਸ਼ਾਹ ਨੇ ਉਸ ਨਦੀ ਦੇ ਕਿਨਾਰੇ ਡੇਰਾ ਕੀਤਾ। ਜਦ ਉਸ ਨਦੀ ਦੇ ਸੁੰਦਰ ਨਿਰਮਲ ਜਲ ਨੂੰ ਵੇਖਿਆ, ਉੱਥੇ ਕਹਿੰਦੇ ਬਹੁਤ ਚੱਕਵੇ ਚੱਕਵੀਆਂ ਤੇ ਵੱਡੀਆਂ ਬੱਦਕਾਂ ਹੁੰਦੀਆਂ ਸਨ। ਪੰਛੀਆਂ ਦੇ ਬੋਲਣ ਨਾਲ ਸਾਰਾ ਕਿਨਾਰਾ ਕਹਿੰਦੇ ਚਹਿਕ ਚਹਿਕ ਕਰਦਾ ਸੀ। ਨਦੀ ਵਿੱਚ ਕੂਰਮ ਮੱਛੀਆਂ ਤੇ ਹੋਰ ਬਹੁਤ ਜਲ ਜੀਵ ਸੁੰਦਰ ਦੇਖਣ ਨੂੰ ਪ੍ਰਾਪਤ ਹੋ ਰਹੇ ਸਨ। ਉਸ ਵੇਲੇ ਸਤਿਗੁਰੂ ਜੀ ਭਗਵਾਨ ਜੀ ਉੱਥੇ ਚੱਲ ਕੇ ਆ ਪਹੁੰਚੇ। ਬੁਰਹਾਨਪੁਰ ਵੇਖ ਕੇ ਉਹਨਾਂ ਉੱਥੇ ਡੇਰਾ ਕੀਤਾ, ਉਤਾਰਾ ਕੀਤਾ। ਉਥੋਂ ਦੀ ਸੰਗਤ ਨੇ ਇੱਕ ਘਰ ਦੀ ਸਫਾਈ ਕੀਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਘਰ ਦੇ ਵਿੱਚ ਬਿਰਾਜਮਾਨ ਕੀਤਾ, ਮਨੋਰਥ ਧਾਰਨ ਕੀਤਾ। ਏਦਾਂ ਦਾ ਇਸ ਘਰ ਦੇ ਵਿੱਚ ਗੁਰੂ ਜੀ ਨੂੰ ਠਹਿਰਾਉਣਾ ਕੀਤਾ। ਫਿਰ ਸਾਰੀ ਸੰਗਤ ਦਰਸ਼ਨਾਂ ਨੂੰ ਪ੍ਰਾਪਤ ਹੋਈ। 1 ਸਾਲ ਪਹਿਲਾਂ ਇਹ ਕਹਿੰਦੇ ਘਰ ਬਣਾਏ ਸਨ। ਉਸ ਸਮੇਂ ਇਹ ਕਾਮਨਾ ਕੀਤੀ ਕਿ ਸਤਿਗੁਰੂ ਜੀ ਇੱਥੇ ਆ ਕੇ ਠਹਿਰਨਗੇ, ਪਾਵਨ ਪਵਿੱਤਰ ਚਰਨ ਕਮਲ ਪਾਉਣਗੇ, ਇਸ ਘਰ ਨੂੰ ਸੁੰਦਰ ਭਾਗ ਲਾਉਣਗੇ, ਪਵਿੱਤਰ ਕਰਨਗੇ। ਹੁਣ ਸੰਗਤ ਦੀ ਅਭਿਲਾਸ਼ਾ ਪੂਰੀ ਕਰਨ ਵਾਸਤੇ ਗੁਰੂ ਜੀ ਸਾਰਾ ਪਿੰਡਾ ਲੰਘ ਕੇ ਉੱਥੇ ਆ ਪਹੁੰਚੇ। ਸੰਗਤ ਦੇ ਮੁਖੀ ਸਿੱਖ ਚੱਲ ਕੇ ਆਏ ਤੇ ਗੁਰੂ ਜੀ ਦੀ ਅਗਵਾਈ ਕਰਨ ਨਾਲ ਅਗਵਾਈ ਕਰਕੇ ਨਾਲ ਲੈ ਕੇ ਚਲੇ ਗਏ। ਏਦਾਂ ਦੀ ਵਿਚਾਰ ਪ੍ਰਾਪਤ ਹੋਈ। ਹੁਣ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹੁੰਚੇ ਨੇ। ਇੱਥੇ ਪਹੁੰਚ ਕੇ ਕੀ ਵਿਚਾਰਾਂ ਬਣਦੀਆਂ, ਕਿਵੇਂ ਕਰਕੇ ਗੱਲਬਾਤ ਬਣਦੀ ਰਹਿੰਦੀ। ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ।
ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਅੱਗੇ ਕਿਵੇਂ ਕਿਵੇਂ ਸਤਿਗੁਰੂ ਜੀ ਇਸ ਨਗਰ ਦੇ ਵਿੱਚ ਬਖਸ਼ਿਸ਼ ਰਹਿਮਤ ਵਰਤਾਉਂਦੇ ਆ, ਕੀ ਗੱਲਬਾਤ ਬਣਦੀ, ਸਤਿਗੁਰੂ ਜੀ ਕਿਵੇਂ ਹੁਕਮ ਪ੍ਰਦਾਨ ਕਰਦੇ ਨੇ, ਉਹ ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਕਥਾ ਵਿਚਾਰ ਦਾ ਜੋ ਸਮਾਂ ਹੈ ਸਮਾਪਤ ਹੋ ਚੁੱਕਿਆ। ਆਓ ਸਤਿਗੁਰੂ ਜੀ ਕਿਰਪਾ ਕਰਦੇ ਨੇ।